TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਮੋਹਾਲੀ ਪੁਲਿਸ ਨੇ PTC ਦੇ MD ਨੂੰ ਕੀਤਾ ਗ੍ਰਿਫਤਾਰ, 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ। ਸਾਬਕਾ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਹਨੀ ਦੀ ਹਿਰਾਸਤ ਵਿੱਚ ਹੋਇਆ ਵਾਧਾ। ਮਜੀਠੀਆ ਬਾਰੇ ਜੇਲ੍ਹ ਸੁਪਰਡੈਂਟ ਨੇ ਕੀਤਾ ਵੱਡਾ ਖੁਲਾਸਾ। ਬਿਹਾਰ ਵਿੱਚ ਕਿਸੇ ਹੋਰ ਦੇ ਜ਼ੁਰਮ ਵਿੱਚ ਸਜ਼ਾ ਕੱਟ ਰਿਹਾ ਬਲਵੀਰ ਸਿੰਘ ਹੋਏ ਰਿਹਾ। ਵੇਰਕਾ ਦੇ ਦੋਸ਼ਾਂ ਤੋਂ ਬਾਅਦ ਜਾਖੜ ਨੇ ਦਿੱਤੀ ਸਫਾਈ ਅਤੇ ਹਿਮਾਚਲ ਵਿੱਚ ਆਪ ਦਾ ਰੋਡ ਸ਼ੋਅ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਪ੍ਰੋਗਰਾਮ ਵੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਾ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਤੇ ਨਾਲ ਹੀ ਆਪਣਾ ਫੇਸਬੁੱਕ ਪੇਜ ਹੈ TBN ਕੈਨੇਡਾ, ਕਿਰਪਾ ਕਰਕੇ ਉਸ ਨੂੰ ਜ਼ਰੂਰ ਲਾਈਕ ਕਰ ਲੈਣਾ। ਬਹੁਤ ਸਾਰੀਆਂ ਉਹ ਖਬਰਾਂ ਜਿਹੜੀਆਂ ਆਪਣੇ ਇਹਨਾਂ ਪ੍ਰੋਗਰਾਮਾਂ ਦੌਰਾਨ ਸ਼ਾਮਲ ਨਹੀਂ ਕੀਤੀਆਂ ਜਾਂਦੀਆਂ ਤੁਹਾਨੂੰ ਫੇਸਬੁੱਕ ਪੇਜ ਦੇ ਉੱਤੇ ਮਿਲ ਸਕਦੀਆਂ ਨੇ। ਆਓ ਹੁਣ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲੀ ਖਬਰ, ਸਭ ਤੋਂ ਵੱਡੀ ਅਤੇ ਅਹਿਮ ਖਬਰ ਹੈ ਕਿ PTC ਚੈਨਲ ਦੇ ਉੱਤੇ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਪੁਲਿਸ ਨੇ। SAS ਨਗਰ ਮੋਹਾਲੀ, ਉੱਥੋਂ ਦੀ ਪੁਲਿਸ ਨੇ PTC ਮਿਸ ਪੰਜਾਬਣ ਮੁਕਾਬਲੇ ਦੇ ਮਾਮਲੇ ਦੇ ਵਿੱਚ ਹੁਣ ਤੱਕ ਜਿੰਨੀ ਵੀ ਜਾਂਚ ਕੀਤੀ ਹੈ ਅਤੇ ਜਾਂਚ ਕਰਨੀ ਕਿਉਂ ਪਈ ਹੈ, ਉਹਦੇ ਪਿੱਛੇ ਕਾਰਨ ਕੀ ਰਹੇ ਨੇ, ਉਹ ਸਾਰੇ ਵੇਰਵੇ ਜਨਤਕ ਕੀਤੇ ਹੈ। ਅਸਲ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਤੇ ਉਸ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਗਿਆ ਕਿ 15 ਮਾਰਚ ਤੇ 2022 ਨੂੰ ਇੱਕ ਪਟੀਸ਼ਨਰ ਜਿਨ੍ਹਾਂ ਦਾ ਨਾਮ ਉਹਨਾਂ ਨੇ ਗਿਆਨ ਸਿੰਘ ਦੱਸਿਆ, ਗਿਆਨ ਸਿੰਘ ਹੋਰਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ। ਪਟੀਸ਼ਨ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਧੀ PTC ਦਾ ਜਿਹੜਾ ਮਿਸ ਪੰਜਾਬਣ ਮੁਕਾਬਲਾ ਉਹਦੇ ਵਿੱਚ ਭਾਗ ਲੈਣ ਵਾਸਤੇ ਗਈ ਸੀ, ਪਰ ਭਾਗ ਲੈਣ ਤੋਂ ਬਾਅਦ ਜਦੋਂ ਉੱਥੇ ਗਈ ਤੇ ਉੱਥੋਂ ਦੇ ਜਿਹੜੇ ਹਾਲਾਤ ਕੁਝ ਚੰਗੇ ਨਹੀਂ ਸੀ। ਉਹਨਾਂ ਦੱਸਿਆ ਕਿ ਉਹਨੂੰ ਗੈਰ ਕਾਨੂੰਨੀ ਕੰਮ ਕਰਨ ਵਾਸਤੇ ਦਬਾਅ ਬਣਾਇਆ ਜਾ ਰਿਹਾ ਸੀ, ਉਹਦੇ ਉੱਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ, ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਕਿਉਂਕਿ ਉਸਨੇ ਉਹਨਾਂ ਦੀ ਮਰਜ਼ੀ ਦੇ ਨਾਲ ਮਨੋਰੰਜਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਰਕੇ ਕਹਿੰਦੇ ਉਹਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਿਆ। ਨਾ ਤਾਂ ਚੱਜ ਨਾਲ ਉਸਨੂੰ ਖਾਣਾ ਦਿੱਤਾ ਜਾਂਦਾ ਸੀ, ਨਾ ਹੀ ਜਿਹੜੀਆਂ ਬਾਕੀ ਹੋਰਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ ਉਹ ਸਹੂਲਤਾਂ ਦਿੱਤੀਆਂ ਜਾਂਦੀਆਂ ਸੀ। ਪਟੀਸ਼ਨਰ ਗਿਆਨ ਸਿੰਘ ਨੇ ਅੱਗੇ ਕਹਿੰਦੇ ਦੋਸ਼ ਲਗਾਇਆ ਕਿ ਮੁਲਜ਼ਮ ਉਸ ਦੀ ਲੜਕੀ ਦੀ ਰਿਹਾਈ ਦੇ ਵਾਸਤੇ ਉਹਨਾਂ ਕੋਲੋਂ 50 ਲੱਖ ਰੁਪਏ ਦੀ ਮੰਗ ਕਰ ਰਹੇ ਸਨ ਤੇ ਇਹ ਪਟੀਸ਼ਨ ਹੈ ਜਿਹੜੀ ਮਾਣਯੋਗ ਅਦਾਲਤ ਨੇ 15 ਮਾਰਚ 2022 ਨੂੰ ਫਿਰ ਵਾਰੰਟ ਅਫਸਰ ਨਿਯੁਕਤ ਕੀਤਾ। ਇਸ ਪਟੀਸ਼ਨ ਤੋਂ ਬਾਅਦ ਵਾਰੰਟ ਅਫਸਰ ਨੇ ਉਸ ਧੀ ਨੂੰ, ਜਿਹੜੀ ਗਿਆਨ ਸਿੰਘ ਦੀ ਧੀ ਹੈ, ਉਹਨੂੰ ਰਿਹਾ ਕਰਵਾਈ ਅਤੇ ਫਿਰ ਆਪਣੀ ਰਿਪੋਰਟ ਸੌਂਪੀ ਅਤੇ 17 ਮਾਰਚ 2022 ਨੂੰ ਸ਼ਿਕਾਇਤਕਰਤਾ ਨੇ ਫਿਰ ਮੋਹਾਲੀ ਪੁਲਿਸ ਦੇ ਮਹਿਲਾ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਗਾਏ ਕਿ ਉਹਨੇ ਮਿਸ PTC ਪੰਜਾਬਣ ਮੁਕਾਬਲੇ ਦੇ ਵਿੱਚ ਭਾਗ ਲਿਆ ਸੀ ਅਤੇ ਉਹ PTC ਦਫ਼ਤਰ ਦੇ ਉਦਯੋਗਿਕ ਖੇਤਰ ਜਿਹੜਾ ਕਿ 138 ਫੇਜ਼ ਅਤੇ 8 ਵੀ ਉਦਯੋਗਿਕ ਖੇਤਰ ਦੇ ਵਿੱਚ ਸਥਿਤ ਹੈ, ਉੱਥੇ ਪ੍ਰੀ ਅਤੇ ਮੈਗਾ ਐਡੀਸ਼ਨਾਂ ਦੇ ਵਾਸਤੇ ਚੁਣੀ ਵੀ ਗਈ। ਪਰ ਜਿਵੇਂ ਕਿ ਉਹ ਚੁਣੀ ਗਈ ਸੀ ਇਸ ਲਈ ਉਸ ਨੂੰ ਮਿਸ PTC ਦੇ ਵਿੱਚ ਭਾਗ ਲੈਣ ਦੇ ਵਾਸਤੇ 10 ਮਾਰਚ 2022 ਨੂੰ ਬੁਲਾਇਆ ਗਿਆ ਸੀ। ਸਾਰੀਆਂ ਲੜਕੀਆਂ ਨੂੰ ਉਹਨਾਂ ਨੇ ਇਹ ਦੱਸਿਆ ਕਿ ਰੱਖਿਆ ਕਿੱਥੇ ਗਿਆ। ਉਹ ਕਹਿੰਦੇ ਜਿਹੜੀ ਰੈਜ਼ੀਡੈਂਸੀ ਹੋਟਲ ਫੇਜ਼ 5 ਦੇ ਵਿੱਚ ਹੈ ਮੋਹਾਲੀ ਦੇ ਵਿੱਚ, ਉੱਥੇ ਉਹਨੂੰ ਠਹਿਰਾਇਆ ਗਿਆ ਅਤੇ ਤਕਰੀਬਨ ਰਾਤ ਦੇ 11 ਕੁ ਵਜੇ ਤੱਕ ਸ਼ੋਅ ਦੀ ਰਿਹਰਸਲ ਚੱਲਦੀ ਰਹੀ। ਉਹਦੇ ਤੋਂ ਬਾਅਦ ਉਹ ਕਹਿੰਦੇ ਲੜਕੀਆਂ ਨੂੰ ਹੋਟਲ ਦੇ ਵਿੱਚ ਲਿਆ ਕੇ ਛੱਡ ਦਿੱਤਾ ਗਿਆ। ਜਿਹੜੇ ਪੁਰਸ਼ ਮੈਂਬਰ ਅਤੇ ਹੋਰ ਮੁਲਜ਼ਮ ਸੀ ਉਹ ਕਹਿੰਦੇ ਆਪਣੇ ਆਪ ਤੇ ਫਰਜ਼ੀ ਨਾਮ ਵਰਤ ਰਹੇ ਸੀ ਅਤੇ ਕੋਡ ਵਰਡ ਦੇ ਰਾਹੀਂ ਆਪਸ ਦੇ ਵਿੱਚੋਂ ਗੱਲਬਾਤ ਕਰ ਰਹੇ ਸੀ ਅਤੇ ਉਹਨਾਂ ਦੇ ਗਰੋਹ ਦੇ ਪੁਰਸ਼ ਮੈਂਬਰਾਂ ਨੇ ਉਹਨਾਂ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਸਾਰੇ ਮੁਲਜ਼ਮ ਇੱਕ ਗਰੋਹ ਦੇ ਵਜੋਂ ਕੰਮ ਕਰਦੇ ਸੀ ਜੋ ਇੱਕ ਲੜਕੀ ਨੂੰ ਆਪਣੇ ਸਟੂਡੀਓ ਦੇ ਵਿੱਚ ਗੁਪਤ ਕੈਮਰੇ ਵਿੱਚ ਇਕੱਲਿਆਂ ਬੁਲਾਉਂਦੇ ਸੀ ਅਤੇ ਉਹਦੇ ਕੋਲੋਂ ਫਿਰ ਕੁਝ ਅਸ਼ਲੀਲ ਸਵਾਲ ਪੁੱਛਦੇ ਸੀ ਅਤੇ ਉਹਦੇ ਨਾਲ ਸਿਰਫ ਸਵਾਲ ਹੀ ਨਹੀਂ, ਅਸ਼ਲੀਲ ਹਰਕਤਾਂ ਵੀ ਅਸ਼ਲੀਲ ਕਰਦੇ ਸੀ। ਇਸੇ ਦੌਰਾਨ ਤੁਸੀਂ ਇਹ ਦੇਖੋ ਕਿ ਆਹ ਸਾਰੀਆਂ ਗੱਲਾਂ ਉਹਨਾਂ ਨੇ ਮੋਹਾਲੀ ਮਹਿਲਾ ਸੈੱਲ ਦੇ ਕੋਲ ਜਾ ਕੇ ਜਦੋਂ ਪੁਲਿਸ ਥਾਣੇ ਦੇ ਵਿੱਚ ਰਿਪੋਰਟ ਦਰਜ ਕਰਵਾਈ ਆ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ, ਹਵਾਲੇ ਦਿੱਤੇ ਨੇ।
ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਉਹਨਾਂ ਨੇ ਉਹਦੀਆਂ ਇਤਰਾਜ਼ਯੋਗ ਕੁਝ ਤਸਵੀਰਾਂ ਵੀ ਖਿੱਚੀਆਂ ਤੇ ਫਿਰ ਜਦੋਂ ਉਹਨੇ ਆਖਿਆ ਕਿ ਮੈਂ ਇਹ ਸ਼ੋਅ ਦੇ ਵਿੱਚ ਰਹਿਣਾ ਨਹੀਂ, ਤੇ ਫਿਰ ਉਹ ਕਹਿੰਦੇ 10 ਤੋਂ 15 ਲੱਖ ਰੁਪਏ ਦੇ ਵਿੱਚ ਗੱਲ ਨਿਬੜੂਗੀ, ਜਾਂ ਫਿਰ ਜਿਹੜੇ ਸ਼ੋਅ ਦੇ ਨਿਰਦੇਸ਼ਕ ਸੀ ਉਹਨਾਂ ਦੇ ਨਾਲ ਬਿਸਤਰ ਸਾਂਝਾ ਕਰਨ ਦੇ ਵਾਸਤੇ ਉਹਨੂੰ ਮਜਬੂਰ ਕੀਤਾ ਜਾਣ ਲੱਗਿਆ। ਉਹਨਾਂ ਨੇ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮ ਲੜਕੀਆਂ ਤੇ ਨਸ਼ੇ ਦੀ ਤਸਕਰੀ ਵਿੱਚ ਵੀ ਸ਼ਾਮਲ ਨੇ ਅਤੇ ਉਹ ਵੇਸ਼ਵਾ ਰੈਕਟ ਵੀ ਚਲਾਉਂਦੇ ਹੈ। ਇਹਨਾਂ ਗੈਰ ਕਾਨੂੰਨੀ ਗਤੀਵਿਧੀਆਂ ਲਈ ਉਹਨਾਂ ਸ਼ਿਕਾਇਤਕਰਤਾ ਨੂੰ ਉਸ ਦੀ ਸਹਿਮਤੀ ਤੋਂ ਬਗੈਰ ਕਈ ਦਿਨਾਂ ਤੱਕ ਹਿਰਾਸਤ ਵਿੱਚ ਵੀ ਰੱਖਿਆ। ਇਹ ਸਾਰੇ ਉਹਨਾਂ ਨੇ ਦੋਸ਼ ਜਦੋਂ ਆਪਣੀ ਸ਼ਿਕਾਇਤ ਦਰਜ ਕਰਵਾਈ ਆ ਉਹਦੇ ਵਿੱਚ ਲਾਏ ਨੇ। ਉਹਨਾਂ ਇਹ ਵੀ ਦੱਸਿਆ ਕਿ ਹੋਟਲ ਅਤੇ ਸਟੂਡੀਓ ਦੇ ਵਿੱਚ ਕਥਿਤ ਦੋਸ਼ੀਆਂ ਦੇ ਵੱਲੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਉਸਨੇ ਆਪਣੇ ਨਾਲ ਵਾਪਰੀ ਇਹ ਸਾਰੀ ਘਟਨਾ ਦੀ ਜਾਣਕਾਰੀ ਫਿਰ ਆਪਣੇ ਪਿਤਾ ਜੀ ਨੂੰ ਦਿੱਤੀ। ਪਰ ਇਹ ਗੱਲ ਦਾ ਖੁਲਾਸਾ ਬੀਤੇ ਦਿਨੀ ਜਦੋਂ ਹੋਇਆ ਸੀ ਤਾਂ ਪੀਟੀਸੀ ਦੇ ਪ੍ਰਬੰਧਕਾਂ ਨੇ ਆਖਿਆ ਸੀ ਕਿ ਅਸੀਂ ਬਿਲਕੁਲ ਗੱਲ ਨਹੀਂ ਕਰਨ ਦਿੰਦੇ, ਪਰ ਫਿਰ ਵੀ ਅਸੀਂ ਉਹਨੂੰ ਗੱਲ ਕਰਨ ਦਿੱਤੀ। ਫਿਰ ਉਹਨੇ ਐਸਐਸਪੀ ਮੋਹਾਲੀ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤਕਰਤਾ ਦੇ ਵੱਲੋਂ ਆਪਣੀ ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਗਾਏ ਗਏ ਨੇ ਕਿ ਸੱਚਮੁੱਚ ਉਹਦੇ ਨਾਲ ਜੋ ਉੱਥੇ ਕੀਤਾ ਜਾਂਦਾ ਸੀ ਉਹ ਨਹੀਂ ਸੀ ਹੋਣਾ ਚਾਹੀਦਾ, ਭਾਵ ਅੱਤ ਦਰਜੇ ਦਾ ਅਸ਼ਲੀਲ ਸੀ। ਬਹੁਤ ਗੰਭੀਰ ਦੋਸ਼ ਲਾਏ ਨੇ। ਇਸ ਲਈ ਇਸ ਸੰਬੰਧ ਵਿੱਚ ਇੱਕ ਮੁਕੱਦਮਾ ਨੰਬਰ 2 17 ਮਾਰਚ ਤੇ 2022 ਨੂੰ ਦਰਜ ਕੀਤਾ ਕਿ ਜਿਹਦੇ ਵਿੱਚ ਕੁਝ ਧਾਰਾਵਾਂ ਨੇ 341 ਵੀ ਹੈ, 342 ਵੀ ਹੈ, 343 ਵੀ ਹੈ, 354 ਵੀ ਹੈ, 354 ਏ ਵੀ ਹੈ, 354 ਬੀ, 354 ਸੀ, 328, 420 ਅਤੇ 120 ਬੀ ਆਈਪੀਸੀ ਦੀਆਂ ਧਾਰਾਵਾਂ ਲਗਾਈਆਂ ਗਈਆਂ ਨੇ। ਇਹ ਜਿਹੜਾ ਮੁਕੱਦਮਾ ਹੈ ਇਹਦੇ ਵਿੱਚ ਨੈਂਸੀ ਘੁੰਮਣ, ਨਿਹਾਰਕਾ ਜੈਨ ਅਸਿਸਟੈਂਟ ਡਾਇਰੈਕਟਰ ਮਿਸ ਪੀਟੀਸੀ ਮੁਕਾਬਲਾ 2022-23, ਰਵਿੰਦਰ ਨਾਰਾਇਣਨ ਜਿਹੜੇ ਮੈਨੇਜਿੰਗ ਡਾਇਰੈਕਟਰ ਪੀਟੀਸੀ ਚੈਨਲ ਦੇ ਨੇ, ਇਹਨਾਂ ਦੇ ਨਾਲ ਭੁਪਿੰਦਰ ਸਿੰਘ ਜੇਡੀ ਰੈਜ਼ੀਡੈਂਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਨਿਰਮਾਤਾ ਲਕਸ਼ਮਣ ਅਤੇ ਹੋਰ 25 ਅਣਪਛਾਤੇ ਵਿਅਕਤੀ ਦੱਸੇ ਗਏ ਨੇ ਜਿਨ੍ਹਾਂ ਦੇ ਵਿਰੁੱਧ ਇਹ ਮੁਕੱਦਮਾ ਦਰਜ ਕੀਤਾ ਗਿਆ। ਮਾਮਲੇ ਦੀ ਗਹਿਰਾਈ ਨੂੰ, ਗੰਭੀਰਤਾ ਨੂੰ ਦੇਖਦਿਆਂ ਹੋਇਆਂ ਇਹਦੀ ਡੂੰਘਾਈ ਨਾਲ ਜਾਂਚ ਕਰਨੀ ਸੀ। ਇਸ ਵਾਸਤੇ ਇੱਕ ਸਿੱਟ ਬਣਾਈ ਗਈ। ਇਹਦੇ ਵਿੱਚ ਇੱਕ ਡੀਐਸਪੀ ਹੈੱਡਕੁਆਟਰ, ਐਸਐਚਓ ਅਤੇ ਮਹਿਲਾ ਅਧਿਕਾਰੀ ਵੀ ਇਸ ਸਿੱਟ ਟੀਮ ਦੇ ਵਿੱਚ ਤਾਇਨਾਤ ਕੀਤੇ ਗਏ। ਪਤਾ ਲੱਗਿਆ ਕਿ ਕਥਿਤ ਦੋਸ਼ੀ ਨੈਂਸੀ ਘੁੰਮਣ ਨੇ ਮਾਨਯੋਗ ਸੈਸ਼ਨ ਕੋਰਟ ਮੋਹਾਲੀ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਮਾਨਯੋਗ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਜਾਂਚ ਦੌਰਾਨ 5 ਅਪ੍ਰੈਲ 2022 ਨੂੰ ਪੀੜਤਾ ਦਾ 164 ਸੀਆਰਪੀਸੀ ਦੇ ਤਹਿਤ ਬਿਆਨ ਵੀ ਦਰਜ ਕੀਤਾ ਗਿਆ। ਸਾਰੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀਆਂ ਵੀ ਲਗਾਤਾਰ ਜਾਰੀ ਨੇ, ਪਰ ਵਿੱਚ ਹੀ ਖਬਰ ਮਿਲ ਗਈ ਹੈ ਕਿ ਪੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਨਾਰਾਇਣਨ ਨੂੰ 6 ਅਪ੍ਰੈਲ ਵਾਲੇ ਦਿਨ ਉਹਨਾਂ ਦੀ ਰਿਹਾਇਸ਼ ਗੁੜਗਾਉਂ ਤੋਂ ਗ੍ਰਿਫਤਾਰ ਕਰ ਲਿਆ ਅਤੇ ਰਵਿੰਦਰ ਨਾਰਾਇਣਨ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਦੇ ਵਿੱਚ ਨਾਮਜ਼ਦ ਕਥਿਤ ਮੁੱਖ ਮੁਲਜ਼ਮ ਨੈਂਸੀ ਘੁੰਮਣ ਹਾਲੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਅਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮੋਹਾਲੀ ਦੀ ਅਦਾਲਤ ਨੇ ਉਹਨਾਂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਸੀ। ਪਰ ਦੂਸਰੇ ਪਾਸੇ ਪੀਟੀਸੀ ਦਾ ਕੀ ਕਹਿਣਾ ਹੈ? ਪੀਟੀਸੀ ਦਾ ਕਹਿਣਾ ਇਹ ਹੈ ਕਿ ਸਾਰੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ। ਪੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਨਾਰਾਇਣਨ ਇਸ ਮਾਮਲੇ ਵਿੱਚ ਪੁਲਿਸ ਨੂੰ ਕਹਿੰਦੇ ਪੂਰਾ ਸਹਿਯੋਗ ਵੀ ਕਰ ਰਹੇ ਹੈ। ਇੱਥੋਂ ਤੱਕ ਕਿ ਉਹਨਾਂ ਨੇ ਡੀਵੀਆਰ ਵਗੈਰਾ ਵੀ ਪੁਲਿਸ ਦੇ ਹਵਾਲੇ ਕਰ ਦਿੱਤੇ ਹੈ ਅਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਨੈਂਸੀ ਘੁੰਮਣ ਅਤੇ ਭੁਪਿੰਦਰ ਦਾ ਪੀਟੀਸੀ ਨੈਟਵਰਕ ਦੇ ਨਾਲ ਕੋਈ ਲੈਣ ਦੇਣ ਨਹੀਂ। ਉਹ ਤਾਂ ਇੱਥੋਂ ਤੱਕ ਆਖ ਰਹੇ ਨੇ ਕਿ ਜੇਕਰ ਸੱਚਮੁੱਚ ਲੋਕਾਂ ਲਈ ਕੰਮ ਕਰਦਾ ਹੈ, ਲੋਕਾਂ ਦੀ ਆਵਾਜ਼ ਆ, ਤਾਂ ਉਹ ਪੀਟੀਸੀ ਚੈਨਲ ਹੈ। ਬਾਕੀ ਚੈਨਲ ਤਾਂ ਮੱਖੀ ਤੇ ਮੱਖੀ ਮਾਰੀ ਜਾਂਦੇ ਹੈ। ਤੇ ਇਹ ਪਹਿਲਾ ਮੁਕਾਬਲਾ ਨਹੀਂ, ਅਸੀਂ ਤਾਂ ਕਈ ਦਹਾਕਿਆਂ ਤੋਂ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਂਦੇ ਆਏ ਹਾਂ। ਅਸਲ ਦੇ ਵਿੱਚ ਇਹਦੇ ਪਿੱਛੇ ਸਾਜ਼ਿਸ਼ ਕੋਈ ਹੋਰ ਹੈ, ਪੀਟੀਸੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਹੁਣ ਪੀਟੀਸੀ ਦੇ ਖਿਲਾਫ ਇੱਕ ਪਾਸਿਓਂ ਨਹੀਂ ਕਈ ਪਾਸਿਓਂ ਮੋਰਚਾ ਖੁੱਲ੍ਹ ਗਿਆ। ਤੁਹਾਨੂੰ ਯਾਦ ਹੋਣਾ ਹੈ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਸੀ, ਉਸ ਦਿਨ ਮੰਗ ਵੀ ਉੱਠ ਖੜੀ ਸੀ ਕਿ ਭਾਈ ਗੁਰਬਾਣੀ ਇਕੱਲੇ ਪੀਟੀਸੀ ਨੂੰ ਕਿਉਂ? ਉਹ ਤਾਂ ਕੋਈ ਵੀ ਚੈਨਲ ਪ੍ਰਸਾਰਿਤ ਕਰੇ, ਲੋਕ ਤਾਂ ਗੁਰਬਾਣੀ ਸੁਣਨਾ ਚਾਹੁੰਦੇ ਹੈ, ਸਰਵਣ ਕਰਨਾ ਚਾਹੁੰਦੇ ਹੈ। ਇਹ ਵੀ ਆਖਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਹੀ ਚੈਨਲ ਕਿਉਂ ਨਹੀਂ ਬਣਾ ਲੈਂਦੀ? ਧਾਮੀ ਸਾਹਿਬ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਕਹਿੰਦੇ ਸੀ 200 ਕਰੋੜ ਲੱਗੇਗਾ। ਮੈਂ ਉਸ ਦਿਨ ਵੀ ਆਖਿਆ ਸੀ ਕਿ ਧਾਮੀ ਸਾਹਿਬ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਤੁਸੀਂ 200 ਕਰੋੜ ਦੀ ਗੱਲ ਕਰਦੇ ਹੋ ਤੇ 2 ਕਰੋੜ ਵੀ ਨਹੀਂ ਲੱਗਣਾ। ਤੁਸੀਂ ਹਾਮੀ ਤਾਂ ਭਰੋ ਕਿ ਭਾਈ ਆਓ ਤੇ ਤੁਸੀਂ ਇੱਥੋਂ ਪ੍ਰਸਾਰਣ ਕਰੋ। ਭਾਵੇਂ ਮੈਂ ਦਾਅਵਾ ਕਰਦਾ ਹਾਂ
ਕਿ ਜਿਹੜਾ ਮਰਜ਼ੀ ਚੈਨਲ ਉਹਦੀ ਫੀਡ ਚੁੱਕੀ ਜਾਵੇ, ਮੈਨੂੰ ਇਤਰਾਜ਼ ਕੋਈ ਨਹੀਂ ਹੋਊਗਾ, ਸਾਨੂੰ ਚਲਾ ਲੈਣ ਦਿਓ। ਔਰ ਮੁਫਤ 'ਚ ਅਸੀਂ ਕੁਝ ਲੈਣਾ ਨਹੀਂ, ਕੁਝ ਦੇਣਾ ਨਹੀਂ। ਉੱਥੇ 5 ਲੱਗਦਾ, ਭਾਵੇਂ 500 ਕਰੋੜ ਲੱਗਦਾ, ਤੇ SGPC ਨੂੰ ਇੱਕ ਪੰਜੀ ਲਾਉਣ ਦੀ ਲੋੜ ਨਹੀਂ ਪਏਗੀ। ਤੇ ਇਹ ਵੀ ਮੈਂ ਕਹਿੰਦਾ ਕਿ ਉਹਦੇ ਤੋਂ ਬਾਅਦ ਜਿਹੜਾ ਮਰਜ਼ੀ ਚੈਨਲ ਫੀਡ ਚੁੱਕ ਕੇ ਚਲਾਵੇ, ਕਿਉਂਕਿ ਗੁਰਬਾਣੀ ਤਾਂ ਘਰ ਘਰ ਪਹੁੰਚਣੀ ਚਾਹੀਦੀ ਹੈ। ਅਸੀਂ ਪਿੰਡਾਂ ਦੇ ਗੁਰਦੁਆਰਿਆਂ ਸਾਹਿਬਾਨਾਂ ਦੇ ਵਿੱਚ ਵੀ ਵੇਖਦੇ ਹਾਂ ਕਿ ਲਾਊਡ ਸਪੀਕਰ ਲੱਗੇ ਹੁੰਦੇ ਨੇ, ਜਿਹੜਾ ਮਰਜ਼ੀ ਸਰਵਣ ਕਰੇ। ਤੇ ਦੂਸਰੇ ਪਾਸੇ ਹੁਣ ਖਬਰ ਇਹ ਵੀ ਮਿਲ ਰਹੀ ਹੈ ਕਿ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ ਹੈ, ਜਿਹੜੀ ਦੱਸੂਗੀ 3 ਮਹੀਨੇ ਦੇ ਵਿੱਚ ਰਿਪੋਰਟ ਦੇਊਗੀ ਕਿ ਕੀ PTC ਨੂੰ ਜਿਹੜੀ ਆਪਾਂ ਗੁਰਬਾਣੀ ਦੇ ਪ੍ਰਸਾਰਣ ਦੀ ਆਗਿਆ ਦਿੱਤੀ ਹੋਈ ਹੈ ਕਿ SGPC ਚੈਨਲ ਬਣਾਵੇ, ਉਹਦੇ ਤੇ ਖਰਚ ਕਿੰਨਾ ਕੁ ਹੋਵੇਗਾ। ਸੱਚਮੁੱਚ PTC ਚੈਨਲ ਦੇ ਵਾਸਤੇ ਇਹ 2 ਵੱਡੀਆਂ ਕਾਰਵਾਈਆਂ ਨੇ। ਅਗਲੀ ਜਿਹੜੀ ਖਬਰ ਹੈ ਉਹ ਵੀ ਲਗਭਗ ਇਸੇ ਤਰ੍ਹਾਂ ਦੀ ਖਬਰ ਹੈ। ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਦੇ ਵਿੱਚ ਰੇਤੇ ਦੀ ਨਜਾਇਜ਼ ਮਾਈਨਿੰਗ ਤਾਂ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਇਹ ਅਕਾਲੀ ਭਾਜਪਾ ਗੱਠਜੋੜ ਸਰਕਾਰ ਤੇ ਵੀ ਦੋਸ਼ ਲੱਗਦੇ ਸੀ। ਇਹ ਦੋਸ਼ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਵੀ ਤੇ ਚੰਨੀ ਦੀ ਸਰਕਾਰ ਵਕਤ ਵੀ ਲੱਗਦੇ ਰਹੇ, ਪਰ ਭਾਂਡਾ ਚੁਰਾਹੇ ਉਦੋਂ ਭੱਜ ਗਿਆ ਸੀ ਜਦੋਂ ਨਜਾਇਜ਼ ਮਾਈਨਿੰਗ ਦੇ ਮਾਮਲੇ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਲੀ ਦੇ ਮੁੰਡੇ ਭੁਪਿੰਦਰ ਹਨੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਈਡੀ ਨੇ ਛਾਪੇਮਾਰੀ ਕੀਤੀ ਸੀ। ਕੱਲ੍ਹ ਉਹਨਾਂ ਨੂੰ ਅਦਾਲਤ ਦੇ ਵਿੱਚ ਫੇਰ ਪੇਸ਼ ਕੀਤਾ ਗਿਆ। ਜਾਣਕਾਰੀ ਮਿਲੀ ਹੈ ਕਿ ਅਦਾਲਤ ਨੇ ਹਨੀ ਦੀ ਨਿਆਇਕ ਹਿਰਾਸਤ 20 ਤਰੀਕ ਤੱਕ ਫੇਰ ਵਧਾ ਦਿੱਤੀ ਹੈ। ਹਨੀ ਨੂੰ CJM ਰੁਪਿੰਦਰ ਚਾਹਲ ਹੋਰਾਂ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਦੱਸਣਾ ਬਣਦਾ ਕਿ 18 ਜਨਵਰੀ ਨੂੰ ਭੁਪਿੰਦਰ ਸਿੰਘ ਹਨੀ ਦੇ ਘਰੋਂ 8 ਕਰੋੜ ਰੁਪਏ ਬਰਾਮਦ ਹੋਏ ਸੀ, ਜਦਕਿ ਉਹਨਾਂ ਦੇ ਇੱਕ ਹੋਰ ਸਾਥੀ ਦੇ ਘਰੋਂ ਵੀ 2 ਕਰੋੜ ਰੁਪਏ ਦੀ ਬਰਾਮਦਗੀ ਹੋ ਗਈ ਸੀ। ਉਹਦੇ ਤੋਂ ਬਾਅਦ ਈਡੀ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਈਡੀ ਨੇ 31 ਮਾਰਚ ਨੂੰ PMLA 2002 ਦੀ ਧਾਰਾ 3, 44, 4 ਅਤੇ 45 ਦੇ ਤਹਿਤ ਇਹ ਚਾਰਜਸ਼ੀਟ ਦਾਇਰ ਕੀਤੀ ਸੀ। ਈਡੀ ਨੇ ਹਨੀ ਨੂੰ 3 ਅਤੇ 4 ਫਰਵਰੀ ਦੀ ਦਰਮਿਆਨੀ ਰਾਤ ਹੈ ਜਿਹੜੀ ਉਸ ਵਕਤ ਗ੍ਰਿਫਤਾਰ ਕਰ ਲਿਆ ਸੀ। ਨਿਯਮ ਦੇ ਮੁਤਾਬਕ ਈਡੀ ਨੇ ਹਨੀ ਦੇ ਖਿਲਾਫ 60 ਦਿਨਾਂ ਦੇ ਅੰਦਰ ਅੰਦਰ ਚਾਰਜਸ਼ੀਟ ਦਾਇਰ ਕਰਨੀ ਸੀ। ਈਡੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਕੁ ਦਿਨ ਪਹਿਲਾਂ 18 ਜਨਵਰੀ ਨੂੰ ਹਨੀ ਅਤੇ ਹੋਰਨਾਂ ਦੇ ਖਿਲਾਫ 10 ਥਾਵਾਂ ਤੇ ਛਾਪੇਮਾਰੀ ਕੀਤੀ ਸੀ ਤੇ ਕਈ ਘੰਟਿਆਂ ਤੱਕ ਇਹ ਛਾਪੇਮਾਰੀ ਚੱਲਦੀ ਰਹੀ ਸੀ। ਉਹ ਛਾਪੇਮਾਰੀ ਦੇ ਦੌਰਾਨ ਹੀ 8 ਕਰੋੜ ਰੁਪਏ ਹਨੀ ਦੇ ਘਰੋਂ ਅਤੇ 2 ਕਰੋੜ ਜਿਹੜਾ ਉਹਨਾਂ ਦਾ ਸਾਥੀ ਸੰਦੀਪ ਕੁਮਾਰ ਉਹਨਾਂ ਦੇ ਘਰੋਂ ਬਰਾਮਦ ਹੋ ਗਏ ਸੀ। ਪੁੱਛਗਿੱਛ ਵਾਸਤੇ ਬੁਲਾਇਆ ਗਿਆ ਸੀ ਤੇ ਆਖਰਕਾਰ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ ਹਨੀ ਦੀ ਨਿਆਇਕ ਹਿਰਾਸਤ ਦੇ ਵਿੱਚ ਵਾਧਾ ਕੀਤਾ ਹੈ। ਔਰ ਮੈਂ ਦੱਸਦਿਆਂ ਬੀਤੇ ਦਿਨੀ ਈਡੀ ਦੇ ਇੱਕ ਅਧਿਕਾਰੀ ਨੇ ਮਾਨਯੋਗ ਅਦਾਲਤ ਦੇ ਵਿੱਚ ਦੱਸਿਆ ਸੀ ਕਿ ਮਾਮਲਾ 8 ਜਾਂ 10 ਕਰੋੜ ਦਾ ਨਹੀਂ। ਉਹਨਾਂ ਦੱਸਿਆ ਸੀ ਕਿ ਪੁੱਛ ਪੜਤਾਲ ਦੇ ਦੌਰਾਨ ਖੁਲਾਸਾ ਇਹ ਹੋਇਆ ਕਿ 300 ਤੇ 25 ਕਰੋੜ ਰੁਪਏ ਦਾ ਮਾਮਲਾ ਹੈ, ਭਾਵ 2 ਕਰੋੜੀ ਮਾਮਲਾ ਹੈ। ਅਤੇ ਇਹ ਜਿਹੜੀ ਜਿੰਨਾ ਕੁ ਵੀ ਪੈਸਾ ਨਜਾਇਜ਼ ਤਰੀਕੇ ਨਾਲ ਬਣਾਇਆ ਗਿਆ, ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਉਹਨਾਂ ਨੇ ਆਪਣੇ ਮਾਸੜ ਦਾ ਨਾਮ ਵਰਤ ਕੇ, ਭਾਵ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਵਰਤ ਕੇ ਇਹ ਨਜਾਇਜ਼ ਪੈਸਾ ਬਣਾਇਆ ਹੈ। ਵੇਖਦੇ ਹਾਂ ਕਿ ਇਸ ਜਾਂਚ ਪੜਤਾਲ ਦੇ ਵਿੱਚੋਂ ਹੋਰ ਕੌਣ ਕਾਣ ਨਿਕਲ ਕੇ ਬਾਹਰ ਆਉਂਦਾ ਹੈ ਤੇ ਬਿੱਲੀ ਥੈਲਿਓਂ ਬਾਹਰ ਆਊ ਜ਼ਰੂਰ। ਅਗਲੀ ਖਬਰ ਵੀ ਸਿਆਸਤਦਾਨਾਂ ਦੇ ਨਾਲ ਜੁੜੀ ਹੈ। ਉਹ ਕਾਂਗਰਸ ਨਾਲ ਜੁੜੀ ਸੀ ਤੇ ਅਕਾਲੀਆਂ ਦੇ ਨਾਲ ਜੁੜੀ ਹੈ। ਬੀਤੇ ਦਿਨੀ ਅਦਾਲਤੀ ਪੇਸ਼ੀ ਹੋਈ ਸੀ। ਉਸ ਵਕਤ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ ਤੇ ਇਸ ਸੰਬੰਧੀ ਮਾਨਯੋਗ ਅਦਾਲਤ ਦੇ ਵਿੱਚ ਇੱਕ ਅਰਜ਼ੀ ਵੀ ਦਾਇਰ ਕਰ ਦਿੱਤੀ ਸੀ। ਦੱਸਣਾ ਬਣਦਾ ਕਿ ਬਹੁਤ ਚਰਚਿਤ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਨਾਮਜ਼ਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਇਸ ਵਕਤ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਬੰਦ ਨੇ। ਮਾਨਯੋਗ ਅਦਾਲਤ ਵੱਲੋਂ ਜਵਾਬ ਤਲਬੀ ਕਰ ਲਈ ਗਈ ਸੀ ਕਿ ਭਾਈ ਕਿਸ ਦੀ ਜਾਨ ਨੂੰ ਖਤਰਾ ਨਹੀਂ ਹੋਣਾ ਚਾਹੀਦਾ, ਭਾਵੇਂ ਉਹ ਬਾਹਰ ਹੋਵੇ ਤੇ ਭਾਵੇਂ ਉਹ ਜੇਲ੍ਹ ਦੇ ਅੰਦਰ ਹੋਵੇ। ਤੇ ਉਹ ਜਵਾਬ ਤਲਬੀ ਦੇ ਲਈ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਨੇ ਨਿੱਜੀ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਿਆ। ਸੱਚਮੁੱਚ ਵੱਡਾ ਖੁਲਾਸਾ ਹੈ। ਉਹ ਕਹਿੰਦੇ ਮਜੀਠੀਆ ਸਾਹਿਬ ਤਾਂ ਕਹਿੰਦੇ ਉਹਨਾਂ ਦੀ ਜਾਨ ਨੂੰ ਖਤਰਾ ਹੈ, ਪਰ ਜੇਲ੍ਹ ਦੇ ਵਿੱਚ ਮਜੀਠੀਆ ਦੀ ਜਾਨ ਨੂੰ ਕੋਈ ਖਤਰਾ ਨਹੀਂ। ਦੱਸਣਾ ਬਣਦਾ ਹੈ ਕਿ ਮਜੀਠੀਆ ਦੀ ਸੁਰੱਖਿਆ ਸੰਬੰਧੀ ਮੋਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸੰਦੀਪ ਕੁਮਾਰ ਸਿੰਗਲਾ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਸੀ। ਮਜੀਠੀਆ ਉਸ ਵਕਤ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏ ਸੀ। ਉਹਨਾਂ ਦੱਸਿਆ ਸੀ ਕਿ ਜੇਲ੍ਹ ਦੇ ਵਿੱਚ ਕੁਝ ਵੀ ਠੀਕ ਨਹੀਂ ਅਤੇ ਉਹਨੂੰ ਨਵੀਂ ਬੈਰਕ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਉੱਥੇ ਉਹਦੀ ਜਾਨ ਨੂੰ ਖਤਰਾ ਹੈ। ਸੁਣਵਾਈ ਦੇ ਮੌਕੇ ਅਕਾਲੀ ਵਿਧਾਇਕਾ ਗੁਨੀਤ ਕੌਰ ਵੀ ਹਾਜ਼ਰ ਰਹੇ। ਵਾਪਸੀ ਵਕਤ ਜਦੋਂ ਮੀਡੀਆ ਵਾਲੇ ਉਹਨਾਂ ਤੋਂ ਪੁੱਛਣਾ ਚਾਹੁੰਦੇ ਸੀ ਤਾਂ ਗੱਲਬਾਤ ਕਰਨ ਦੀ ਬਜਾਏ ਉਹਨਾਂ ਨੇ ਚੁੱਪ ਵੱਟ ਕੇ ਰੱਖੀ। ਉਹਨਾਂ ਨੇ ਆਖਿਆ ਕਿ ਮੈਂ ਇਸ ਮੁੱਦੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ।
ਦੱਸਣਾ ਬਣਦਾ ਕਿ ਜਵਾਬ ਤਲਬੀ ਦੇ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਵਕੀਲ ਸੰਜੀਵ ਬੱਤਰਾ ਅਤੇ ਜੇਲ੍ਹ ਸੁਪਰਡੈਂਟ ਸੁੱਚਾ ਸਿੰਘ ਖੁਦ ਅਦਾਲਤ ਦੇ ਵਿੱਚ ਕੱਲ ਪੇਸ਼ ਹੋਏ। ਉਹਨਾਂ ਨੇ ਆਪਣੇ ਪੱਖ ਰੱਖੇ। ਜੇਲ੍ਹ ਸੁਪਰਡੈਂਟ ਨੇ ਇਹ ਆਖਿਆ ਕਿ ਮਜੀਠੀਆ ਦੀ ਜਾਨ ਨੂੰ ਕੋਈ ਖਤਰਾ ਨਹੀਂ। ਜੇਲ੍ਹ ਸੁਪਰਡੈਂਟ ਤਾਂ ਇੱਥੋਂ ਤੱਕ ਵੀ ਆਖ ਦਿੱਤਾ ਕਿ ਜੇ ਮਜੀਠੀਆ ਸਾਹਿਬ ਨੂੰ ਲੱਗਦਾ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ, ਉਹਨਾਂ ਦੇ ਵਕੀਲ ਵੀ ਕਹਿੰਦੇ ਉਹਨਾਂ ਦੀ ਜਾਨ ਨੂੰ ਖਤਰਾ ਹੈ, ਤਾਂ ਮੈਂ ਮਜੀਠੀਆ ਦੀ ਬੈਰਕ ਦੇ ਬਾਹਰ ਕੁਰਸੀ ਢਾ ਕੇ ਬੈਠਣ ਨੂੰ ਤਿਆਰ ਹਾਂ, ਪਰ ਉਹ ਬਿਲਕੁਲ ਨਿਸ਼ਚਿੰਤ ਹੋ ਜਾਣ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਅਦਾਲਤ ਵਿੱਚ ਇਹ ਗੱਲ ਉਹਨਾਂ ਨੇ ਜ਼ਰੂਰ ਮੰਨੀ ਕਿ ਜਿਹੜੀ ਉਹਨਾਂ ਨੇ ਆਖਿਆ ਕਿ ਮੇਰੀ ਬੈਰਕ ਸ਼ਿਫਟ ਕੀਤੀ ਗਿਆ, ਬਿਲਕੁਲ ਕਹਿੰਦੇ ਉਹਨਾਂ ਨੂੰ ਇੱਕ ਹੋਰ ਬੈਰਕ ਦੇ ਵਿੱਚ ਭੇਜਿਆ ਗਿਆ, ਪਰ ਉਹ ਨਿਯਮਾਂ ਦੇ ਮੁਤਾਬਕ ਉਹਨਾਂ ਦੀ ਬੈਰਕ ਬਦਲੀ ਗਈ ਹੈ। ਤੇ ਦੂਸਰੇ ਪਾਸੇ ਕਿਉਂਕਿ ਉੱਥੇ ਬਹਿਸ ਹੋਈ ਹੈ, ਮਜੀਠੀਆ ਦੇ ਵਕੀਲ ਦਮਨਵੀਰ ਸਿੰਘ ਸੋਭਤੀ ਨੇ ਅਦਾਲਤ ਨੂੰ ਦੱਸਿਆ ਕਿ ਉਹ ਕੱਲ ਪਟਿਆਲਾ ਜੇਲ੍ਹ ਦੇ ਵਿੱਚ ਆਪਣੇ ਮੁਵੱਕਲ ਭਾਵ ਵਿਕਰਮ ਮਜੀਠੀਆ ਨੂੰ ਮਿਲਣ ਵਾਸਤੇ ਗਏ ਸੀ ਅਤੇ ਉਹਨਾਂ ਨੇ ਦੱਸਿਆ ਕਿ ਮਜੀਠੀਆ ਨੂੰ ਜੋੜਾ ਚੱਕੀ ਦੇ ਵਿੱਚ, ਜਿਹੜੀ ਕਿ 8x8 ਦੀ ਬੈਰਕ ਹੈ, ਉਹਦੇ ਵਿੱਚ ਰੱਖਿਆ ਹੋਇਆ ਹੈ। ਇਹ ਛੋਟੀ ਵੀ ਹੈ ਤੇ ਖਸਤਾ ਹਾਲਤ ਦੇ ਵਿੱਚ ਵੀ ਹੈ। ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਜਦੋਂ ਮੈਂ ਜੇਲ੍ਹ ਕੰਪਲੈਕਸ ਦੇ ਅੰਦਰ ਗਿਆ ਤੇ ਕੁਝ ਕੈਦੀ ਉੱਥੇ ਕਹੀਆਂ ਲੈ ਕੇ ਘੁੰਮ ਰਹੇ ਸੀ। ਉਹ ਕਹਿੰਦੇ ਜਿਹੜੇ ਇਹ ਹਾਲਾਤ ਨੇ, ਇਹਨਾਂ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ। ਮਜੀਠੀਆ ਨੂੰ ਕਹਿੰਦੇ ਪਹਿਲਾਂ ਵਾਲੀ ਸੁਰੱਖਿਅਤ ਬੈਰਕ ਦੇ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣ ਅਤੇ ਇਸ ਮਾਮਲੇ ਦੀ ਮੁੜ ਕੇ ਸੁਣਵਾਈ ਹੁਣ 8 ਅਪ੍ਰੈਲ ਨੂੰ ਫਿਰ ਨਿਰਧਾਰਤ ਕਰ ਦਿੱਤੀ ਹੈ। ਦੇਖੋ ਹੁਣ ਪਤਾ ਵਕੀਲ ਸਾਹਿਬ ਨੂੰ ਵੀ ਹੈ ਕਿ ਜਿਹੜੀਆਂ ਉਹ ਕਹੀਆਂ ਲਈ ਫਿਰਦੇ ਸੀ, ਉਹ ਬਿਕਰਮ ਸਿੰਘ ਮਜੀਠੀਆ ਤੇ ਹਮਲਾ ਕਰਨ ਵਾਸਤੇ ਨਹੀਂ ਹੈ। ਇਹ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਗਿਣਤੀ ਦਰਸ਼ਕਾਂ ਨੂੰ ਪਤਾ ਹੋਣਾ ਹੈ ਕਿ ਜੇਲ੍ਹ ਦੇ ਅੰਦਰ ਜਿਹੜੇ ਕੈਦੀ ਹੁੰਦੇ ਹੈ, ਉਹਨਾਂ ਤੋਂ ਕੰਮ ਵੀ ਕਰਵਾਇਆ ਜਾਂਦਾ। ਕੋਈ ਬਾਗਬਾਨੀ ਕਰਦਾ ਹੈ। ਤੁਹਾਨੂੰ ਯਾਦ ਹੋਣਾ ਹੈ ਜਦੋਂ ਡੇਰਾ ਮੁਖੀ ਨੂੰ ਜੇਲ੍ਹ ਹੋਈ ਤਾਂ ਉਹਨੂੰ ਪੁੱਛਿਆ ਕਿ ਤੂੰ ਕੀ ਕੰਮ ਕਰ ਸਕਦਾ ਹੈ। ਉਹਨਾਂ ਨੂੰ ਬਾਗਬਾਨੀ ਦੇ ਵਿੱਚ ਪਾਣੀ ਧਾਣੀ ਦੇਣ ਵਾਸਤੇ ਹੀ ਉਹਦਾ ਕੰਮ ਮਿਲਿਆ ਸੀ ਤੇ ਉਹ ਜਿਹੜਾ ਕੀਤੇ ਕੰਮ ਦੇ ਬਦਲੇ ਉਹਨਾਂ ਦੇ ਖਾਤੇ 'ਚ ਪੈਸੇ ਵੀ ਜਮ੍ਹਾਂ ਹੁੰਦੇ ਆ। ਕੋਈ ਜਿਹੜੇ ਚਾਕ ਆਪਣੇ ਸਕੂਲਾਂ ਦੇ ਵਿੱਚ ਵਰਤੇ ਜਾਂਦੇ ਚਾਕ ਬਣਾਉਂਦਾ ਤੇ ਕਿਸੇ ਨੂੰ ਕੋਈ ਹੋਰ ਕੰਮ ਦਿੱਤਾ ਜਾਂਦਾ। ਕਹਿਣ ਦਾ ਭਾਵ ਇਹ ਕੋਈ ਨਵੀਂ ਗੱਲ ਨਹੀਂ ਕਿ ਕਹੀਆਂ ਨਾਜ਼ਰ ਜੇਲ੍ਹ ਦੇ ਵਿੱਚ ਆਈਆਂ ਹੋਣ। ਤੇ ਜਿਹੜੀ ਅਗਲੀ ਖਬਰ ਹੈ ਉਹ ਬਿਹਾਰ ਵਾਲੇ ਪਾਸੋਂ ਮਿਲੀ ਹੈ, ਪਰ ਖਬਰ ਬੜੀ ਹੈਰਾਨੀਜਨਕ ਹੈ। ਕਿਸੇ ਹੋਰ ਦਾ ਜੁਰਮ ਹੋਵੇ ਤੇ ਸਜ਼ਾ ਕੋਈ ਵਿਅਕਤੀ ਹੋਰ ਕੱਟਦਾ ਹੋਵੇ, ਇਹ ਹੋ ਰਿਹਾ ਸੀ, ਪਰ ਹੁਣ ਉਹਨੂੰ ਬੰਦ ਖਲਾਸੀ ਮਿਲ ਗਈ ਹੈ। ਮਲੇਰਕੋਟਲਾ ਦੇ ਰਹਿਣ ਵਾਲੇ ਨੇ ਬਲਵੀਰ ਸਿੰਘ। ਜਾਣਕਾਰੀ ਮਿਲੀ ਹੈ ਕਿ ਮੰਗਲਵਾਰ ਦੇਰ ਸ਼ਾਮ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ। ਅਸਲ ਦੇ ਵਿੱਚ NDPS ਐਕਟ ਦੀਆਂ ਧਾਰਾਵਾਂ ਦੇ ਤਹਿਤ 11 ਜੂਨ ਤੇ 2017 ਨੂੰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਕੁਸ਼ੀਨਗਰ ਜਨਪਦ ਦੀ ਕਸ਼ਿਆ ਪੁਲਿਸ ਨੇ ਉਹਨਾਂ ਦੇ ਕੋਲੋਂ ਦੱਸਿਆ ਸੀ ਕਿ 5 ਕਿਲੋ ਗਾਂਜਾ ਬਰਾਮਦਗੀ ਦਿਖਾ ਦਿੱਤੀ ਸੀ ਅਤੇ ਉਹ ਬਰਾਮਦਗੀ ਦਿਖਾ ਕੇ ਬਲਵੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਜੇਲ੍ਹ ਦੇ ਵਿੱਚ ਕੈਦ ਬਲਵੀਰ ਸਿੰਘ ਬਾਰੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਮਿਲੀ। 2017 ਤੋਂ ਬਾਅਦ ਜਦੋਂ ਬਲਵੀਰ ਸਿੰਘ ਦੀ ਕੋਈ ਉੱਗ ਸੁੱਗ ਨਾ ਮਿਲੀ ਤੇ ਪਰਿਵਾਰ ਨੇ ਸੋਚਿਆ ਕਿ ਬਲਵੀਰ ਸਿੰਘ ਦੀ ਮੌਤ ਹੋ ਗਈ ਹੈ। ਹੁਣ ਜਿਹੜੀ ਜਾਣਕਾਰੀ ਮਿਲੀ ਹੈ ਸੱਚਮੁੱਚ ਹੈਰਾਨੀਜਨਕ ਹੈ। ਕੁਸ਼ੀਨਗਰ ਦੇ ਅਪਰ ਜ਼ਿਲ੍ਹਾ ਤੇ ਸੈਸ਼ਨ ਜੱਜ ਮਨਮੋਹਨ ਸਿੰਘ ਦੀ ਅਦਾਲਤ ਨੇ ਬੀਤੇ ਸੋਮਵਾਰ ਨੂੰ ਬਲਵੀਰ ਸਿੰਘ ਹੋਰਾਂ ਨੂੰ ਦੋਸ਼ ਮੁਕਤ ਮੰਨ ਲਿਆ ਅਤੇ ਨਾਲ ਹੀ ਰਿਹਾਈ ਦਾ ਹੁਕਮ ਵੀ ਚਾੜ ਦਿੱਤਾ ਤੇ ਮੰਗਲਵਾਰ ਦੇਰ ਸ਼ਾਮ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਰਿਹਾ ਵੀ ਹੋ ਗਏ। ਅਸਲ ਦੇ ਵਿੱਚ ਸਭ ਕੁਝ ਵਾਪਰਿਆ ਕਿਵੇਂ, ਇਹ ਮਹੱਤਵਪੂਰਨ ਹੈ। ਕੁਸ਼ੀਨਗਰ ਜਨਪਦ ਦੀ ਕਸ਼ਿਆ ਪੁਲਿਸ ਨੂੰ 2015 ਦੇ ਵਿੱਚ ਗਾਂਧੀ ਚੌਂਕ ਲਾਗਿਓਂ ਇੱਕ ਲਾਵਾਰਸ ਕਾਰ ਮਿਲੀ ਅਤੇ ਲਾਵਾਰਸ ਕਾਰ ਦੇ ਵਿੱਚੋਂ 5 ਕਿਲੋ ਗਾਂਜਾ ਮਿਲਿਆ। ਕਾਰ ਪੰਜਾਬ ਦੇ ਰਹਿਣ ਵਾਲੇ ਕਿਸੇ ਹਰਮੇਲ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਨਾਮ ਤੇ ਸੀ। ਪੁਲਿਸ ਨੇ ਜੀਪ ਰਾਹੀਂ ਬਿਹਾਰ ਜਾ ਰਹੇ ਬਲਵੀਰ ਸਿੰਘ ਨੂੰ ਜਾਂਚ ਦੌਰਾਨ ਹਰਮੇਲ ਸਿੰਘ ਮੰਨ ਕੇ ਗ੍ਰਿਫਤਾਰ ਕਰ ਲਿਆ। ਬਲਵੀਰ ਸਿੰਘ ਕਰਲਾਉਂਦਾ ਰਿਹਾ, ਦੁਹਾਈ ਪਾਉਂਦਾ ਰਿਹਾ, ਗਿੜਗੜਾਉਂਦਾ ਰਿਹਾ ਕਿ ਮੈਂ ਬਲਵੀਰ ਸਿੰਘ ਹਾਂ, ਮੈਂ ਹਰਮੇਲ ਸਿੰਘ ਨਹੀਂ। ਉਹਦੀ ਇੱਕ ਨਾ ਸੁਣੀ, ਉਹਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾ ਲਿਆ ਤੇ ਦੇਵਰੀਆ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ। ਅਦਾਲਤ ਦੇ ਵਿੱਚ ਸੁਣਵਾਈ ਦੌਰਾਨ ਵੀ ਉਹ ਸਾਫ਼ ਕਹਿੰਦਾ ਰਿਹਾ ਕਿ ਮੈਨੂੰ ਫਰਜ਼ੀ ਤਰੀਕੇ ਨਾਲ ਹਿਰਾਸਤ ਵਿੱਚ ਲਿਆ ਗਿਆ ਹੈ, ਮੈਂ ਹਰਮੇਲ ਸਿੰਘ ਨਹੀਂ ਹਾਂ, ਮੈਂ ਬਲਵੀਰ ਸਿੰਘ ਹਾਂ। ਅਦਾਲਤ ਨੇ ਨੋਟਿਸ ਲੈਂਦਿਆਂ ਹੋਇਆਂ ਜ਼ਿਲ੍ਹਾ ਕਾਨੂੰਨ ਅਥਾਰਟੀ ਕੁਸ਼ੀਨਗਰ ਨੂੰ ਹਦਾਇਤ ਕੀਤੀ ਇਹਨਾਂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਅਤੇ ਨਾਲ ਹੀ ਜਿਹੜਾ ਇਹ ਅਤਾ ਪਤਾ ਦੱਸਦੇ ਆ, ਜਿਹੜਾ ਆਪਣਾ ਨਾਮ ਦੱਸਦੇ ਆ, ਪੰਜਾਬ ਦੇ ਵਿੱਚ ਰਹਿੰਦੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਨਾ ਤਾਂ ਦਿੱਤੀ ਜਾਵੇ। ਜਦੋਂ ਸਾਰਾ ਕੁਝ ਜਾਂਚ ਪੜਤਾਲ ਕੀਤੀ, ਸੱਚਮੁੱਚ ਉਹ ਹਰਮੇਲ ਸਿੰਘ ਦੀ ਬਜਾਏ ਬਲਵੀਰ ਸਿੰਘ ਨਿਕਲੇ, ਪਰ ਹੁਣ ਰਿਹਾਈ ਹੋ ਗਈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਲਵੀਰ ਸਿੰਘ ਦੀ ਜ਼ਿੰਦਗੀ ਦੇ ਇਹ ਸਾਲ, ਇਹ ਮਹੀਨੇ, ਇਹ ਪਲ ਜਿਹੜੇ ਕਾਲ ਕੋਠੜੀ ਵਿੱਚ ਗੁਜ਼ਾਰੇ ਹੈ,
कि उन्हां दी कोई भरपाई कर सकदा है? ਜਾਂ ਜਿਹੜੇ ਅਧਿਕਾਰੀਆਂ ਨੂੰ ਆਪਣੀ ਸਫਾਈ ਪੇਸ਼ ਕਰਦੇ ਰਹੇ ਕਿ ਮੈਂ ਬਲਵੀਰ ਸਿੰਘ ਹਾਂ, ਮੈਂ ਹਰਮੇਲ ਸਿੰਘ ਨਹੀਂ, ਜਿਨ੍ਹਾਂ ਨੇ ਇੱਕ ਨਾ ਸੁਣੀ, ਕਿ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇਗੀ? ਅਸਲ ਦੇ ਵਿੱਚ ਇਸ ਤਰ੍ਹਾਂ ਦਾ ਹੋ ਸਕਦਾ ਕੋਈ ਇੱਕ ਅੱਧਾ ਕੈਦੀ ਜਾਂ ਹਵਾਲਾਤੀ ਨਾ ਹੋਵੇ, ਹੋਰ ਵੀ ਬਥੇਰੇ ਬੰਦੇ ਹੋ ਸਕਦੇ ਆ ਜਿਹੜਾ ਜ਼ੁਰਮ ਕਿਸੇ ਦਾ ਤੇ ਸਜ਼ਾ ਕੋਈ ਹੋਰ ਭੁਗਤ ਰਿਹਾ ਹੈ। ਸੱਚਮੁੱਚ ਅਤ ਨਿੰਦਣਯੋਗ ਅਤੇ ਹੈਰਾਨੀਜਨਕ ਖਬਰ ਹੈ ਇਹ। ਤੇ ਦੂਸਰੀ ਖਬਰ ਇੱਕ ਆਪਾਂ ਅੱਜ ਦੇ ਪ੍ਰੋਗਰਾਮ ਪੰਜਾਬ ਬੋਲਦਾ ਦੇ ਵਿੱਚ ਸਾਂਝੀ ਕੀਤੀ ਸੀ ਕਿ ਸਾਬਕਾ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਕੁਝ ਦੋਸ਼ ਲਗਾਏ ਸੀ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ। ਜਾਖੜ ਸਾਹਿਬ ਨੇ ਹੁਣ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ, ਉਹ ਹਮੇਸ਼ਾ ਪਛੜੇ ਵਰਗ ਦੇ ਹਿੱਤਾਂ ਲਈ ਵੀ ਲੜਦੇ ਰਹੇ ਹੈ। ਜਾਖੜ ਨੇ ਕਿਹਾ ਕਿ ਉਹਨਾਂ ਨੇ ਦਲਿਤ ਸਮਾਜ ਦਾ ਕੋਈ ਅਪਮਾਨ ਨਹੀਂ ਕੀਤਾ, ਸਗੋਂ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਵੀ ਨਹੀਂ। ਉਹਨਾਂ ਇੰਨਾ ਜ਼ਰੂਰ ਕਿਹਾ ਕਿ ਸਿਰਫ ਪਾਰਟੀ ਲੀਡਰਸ਼ਿਪ ਨੂੰ ਸੁਚੇਤ ਕਰਨ ਵਾਸਤੇ ਮੈਂ ਬਿਆਨ ਦਿੱਤਾ ਸੀ, ਨਾ ਕਿ ਕਿਸੇ ਨੂੰ ਠੇਸ ਪਹੁੰਚਾਉਣ ਦੇ ਵਾਸਤੇ ਕੋਈ ਮੈਂ ਬਿਆਨ ਦਿੱਤਾ। ਉਹ ਕਹਿੰਦੇ ਮੈਂ ਆਪਣੇ ਜੀਵਨ ਦੇ ਵਿੱਚ ਹਰੇਕ ਧਰਮ ਦਾ, ਹਰੇਕ ਜਾਤ ਦਾ ਸਨਮਾਨ ਕੀਤਾ ਹੈ। ਕਿਸੇ ਵਿਅਕਤੀ ਵਿਸ਼ੇਸ਼ ਦੇ ਧਰਮ ਜਾਂ ਜਾਤੀ ਤੇ ਟਿੱਪਣੀ ਕਰਨ ਬਾਰੇ ਤਾਂ ਮੈਂ ਸੋਚ ਵੀ ਨਹੀਂ ਸਕਦਾ। ਹੁਣ ਦੂਸਰੇ ਪਾਸੇ ਉਹਨਾਂ ਦੀ ਟਿੱਪਣੀ ਤੋਂ ਬਾਅਦ ਡਾਕਟਰ ਰਾਜਕੁਮਾਰ ਵੇਰਕਾ ਨੇ ਸੁਨੀਲ ਜਾਖੜ ਦੀ ਨਿੰਦਿਆ ਵੀ ਕੀਤੀ ਸੀ ਤੇ ਨਾਲ ਚੇਤਾਵਨੀ ਵੀ ਦਿੱਤੀ ਸੀ ਕਿ ਜਾਖੜ ਨੇ ਦਲਿਤਾਂ ਦੇ ਖਿਲਾਫ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਕਰਕੇ ਸੁਨੀਲ ਜਾਖੜ ਨੂੰ ਬਾਬਾ ਸਾਹਿਬ ਅੰਬੇਦਕਰ ਦੇ ਦਲਿਤ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਤੇ ਇਸ ਮੌਕੇ ਡਾਕਟਰ ਰਾਜਕੁਮਾਰ ਵੇਰਕਾ ਨੇ ਆਖਿਆ ਸੀ ਕਿ ਜਾਖੜ ਨੇ ਭੱਦੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਕਿ ਤੁਹਾਡਾ ਮਾਨਸਿਕ ਸੰਤੁਲਨ ਵਿਗੜ ਗਿਆ, ਸਵਾਲ ਕੀਤਾ ਸੀ, ਕਿ ਤੁਹਾਡੀ ਇਨਸਾਨੀਅਤ ਮਰ ਗਈ ਹੈ, ਸਵਾਲ ਕੀਤਾ ਸੀ। ਉਹ ਕਹਿੰਦੇ ਜੇਕਰ ਤੁਸੀਂ ਇਸ ਮਾੜੀ ਸ਼ਬਦਾਵਲੀ ਲਈ ਤੁਰੰਤ ਮੁਆਫੀ ਨਾ ਮੰਗੀ ਤਾਂ ਉਹ ਕਾਂਗਰਸ ਹਾਈ ਕਮਾਂਡ ਨੂੰ ਕਹਿਣਗੇ ਕਿ ਜਾਖੜ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਵੇ। ਮੈਂ ਜਦੋਂ ਰਾਜਕੁਮਾਰ ਵੇਰਕਾ ਦਾ ਇਹ ਬਿਆਨ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਸ਼ਾਮਲ ਕੀਤਾ ਸੀ, ਮੈਂ ਉਸ ਵਕਤ ਵੀ ਆਖਿਆ ਸੀ ਕਿ ਦਲਿਤ ਸਮਾਜ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਨਹੀਂ, ਉਹ ਇਸ ਸਮਾਜ ਵਿੱਚੋਂ ਨੇ। ਇਹ ਸਮਾਜ ਤਾਂ ਭਾਈ ਗੁਰੂ ਰਵਿਦਾਸ ਜੀ ਦਾ ਹੈ। ਰਵਿਦਾਸ ਜੀ ਨੂੰ ਨਾ ਭੁੱਲਿਆ ਜਾਵੇ। ਤੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਨੇ ਨਾ ਜਿਹੜੇ, ਉਹ ਰਵਿਦਾਸ ਜੀ ਨਾਲੋਂ ਵੱਡੇ ਨਹੀਂ ਹੈ। ਉਹ ਉਸ ਸਮਾਜ 'ਚ ਪੈਦਾ ਹੋਏ ਨੇ ਤੇ ਉਹਨਾਂ ਨੇ ਮਹਾਨ ਕੰਮ ਵੀ ਕੀਤੇ ਹੈ, ਪਰ ਇਹ ਸਮਾਜ ਗੁਰੂ ਰਵਿਦਾਸ ਜੀ ਦਾ ਸਮਾਜ ਹੈ। ਇਸ ਗੱਲ ਨੂੰ ਡਾਕਟਰ ਸਾਹਿਬ ਤੁਸੀਂ ਵੀ ਭੁੱਲੋ ਨਾ, ਕਿਉਂਕਿ ਤੁਸੀਂ ਸਿਰਫ ਤੇ ਸਿਰਫ ਸਿਆਸਤ ਕਰਦੇ ਹੋ ਵੋਟਾਂ ਦੀ। ਕਿਰਪਾ ਕਰਕੇ ਵੰਡੀਆਂ ਪਾਉਣ ਵਾਲੇ ਕੰਮ ਨਾ ਕੀਤੇ ਜਾਣ। ਇਸ ਗੱਲ ਤੋਂ ਤੁਸੀਂ ਵੀ ਥੋੜਾ ਜਿਹਾ ਗੁਰੇਜ਼ ਕਰੋ ਤੇ ਝਿਜਕੋ। ਤੇ ਅਗਲੀ ਜਿਹੜੀ ਖਬਰ ਹੈ ਇਹ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਖਬਰ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੁੰਜਾ ਫੇਰੂ ਜਿੱਤ ਦਰਜ ਕੀਤੀ। ਉਹਦੇ ਤੋਂ ਬਾਅਦ ਬੀਤੇ ਦਿਨੀ ਗੁਜਰਾਤ ਦੇ ਵਿੱਚ ਰੋਡ ਸ਼ੋਅ ਕਰਕੇ ਆਏ ਸੀ ਅਤੇ ਗੁਜਰਾਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਆਮ ਆਦਮੀ ਪਾਰਟੀ ਨੇ। ਹਿਮਾਚਲ ਦੇ ਮੰਡੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਰੋਡ ਸ਼ੋਅ ਕਰ ਰਹੇ ਸੀ। ਦੱਸਣਾ ਬਣਦਾ ਹੈ ਕਿ ਹਿਮਾਚਲ ਦੇ ਵਿੱਚ ਇਸੇ ਸਾਲ ਦੇ ਅਖੀਰ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ। ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਹਿਮਾਚਲ ਦੇ ਮੰਡੀ ਦੇ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ ਤੇ ਇਸ ਦੌਰਾਨ ਦੂਰ ਦੂਰ ਤੱਕ ਤਿਰੰਗੇ ਝੂਲਦੇ ਨਜ਼ਰ ਆ ਰਹੇ ਸੀ। ਰੋਡ ਸ਼ੋਅ ਦੇ ਵਿੱਚ ਮੇਰਾ ਰੰਗ ਦੇ ਬਸੰਤੀ ਚੋਲਾ ਗੀਤ ਵੀ ਐਨ ਜੰਮ ਕੇ ਵਜਾਇਆ ਗਿਆ। ਕੇਜਰੀਵਾਲ ਤੇ ਭਗਵੰਤ ਮਾਨ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕਰ ਦੇ ਗ੍ਰਹਿ ਜ਼ਿਲ੍ਹਾ ਮੰਡੀ ਤੋਂ ਦਰਅਸਲ ਇਸ ਚੋਣ ਮੁਹਿੰਮ ਦਾ ਆਗਾਜ਼ ਕੀਤਾ ਹੈ। ਦੋਵਾਂ ਆਗੂਆਂ ਨੇ ਕਿਹਾ ਕਿ ਸਾਨੂੰ ਇੱਕ ਮੌਕਾ ਦਿਓ। ਰੋਡ ਸ਼ੋਅ ਦੇ ਵਿੱਚ ਸਮਰਥਕਾਂ ਦੀ ਗਿਣਤੀ ਵੀ ਕਾਫੀ ਵੱਡੀ ਸੀ ਤੇ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਅਸੀਂ ਦਿੱਲੀ ਤੇ ਫਿਰ ਹੁਣ ਭ੍ਰਿਸ਼ਟਾਚਾਰ ਪੰਜਾਬ ਚੋਂ ਖਤਮ ਕਰ ਰਹੇ ਹਾਂ ਤੇ ਉਹਦੇ ਤੋਂ ਬਾਅਦ ਅਸੀਂ ਹਿਮਾਚਲ ਪ੍ਰਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ ਅਤੇ ਜੜ ਤੋਂ ਉਖਾੜ ਕੇ ਸੁੱਟਣ ਦਾ ਸਮਾਂ ਆ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ, ਸਾਨੂੰ ਸਕੂਲ ਬਣਾਉਣੇ ਆਉਂਦੇ ਆ, ਹਸਪਤਾਲ ਬਣਾਉਣੇ ਆਉਂਦੇ ਆ, ਭ੍ਰਿਸ਼ਟਾਚਾਰ ਖਤਮ ਕਰਨਾ ਆਉਂਦਾ ਹੈ। ਉਹਨਾਂ ਨੇ ਇੱਥੋਂ ਤੱਕ ਆਖਿਆ ਕਿ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਪੰਜਾਬ 'ਚ ਰਹਿੰਦੇ ਹੋਣਗੇ, ਉਹਨਾਂ ਨੂੰ ਫੋਨ ਕਰਕੇ ਪੁੱਛੋ ਕਿ 20 ਦਿਨਾਂ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਈ ਆ ਜਾਂ ਨਹੀਂ ਪਈ। ਚੋਰ ਮੋਰੀਆਂ ਬੰਦ ਜੇਕਰ ਤੁਸੀਂ ਕਹਿੰਦੇ ਹਿਮਾਚਲ 'ਚ ਵੀ ਚਾਹੁੰਦੇ ਹੋ ਤਾਂ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦਿਓ। ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਹਾਂ ਕਿ ਇਸ ਰੋਡ ਸ਼ੋਅ ਦੇ ਵਿੱਚ ਆਮ ਆਦਮੀ ਪਾਰਟੀ ਦੇ ਝੰਡੇ ਨਜ਼ਰ ਨਹੀਂ ਸੀ ਆ ਰਹੇ, ਤਿਰੰਗੇ ਝੰਡੇ ਨਜ਼ਰ ਆ ਰਹੇ ਸੀ। ਸ਼ਾਇਦ ਇਹ ਇੱਕ ਕਿਸਮ ਦਾ ਜਿਹੜਾ ਰਾਸ਼ਟਰਵਾਦ ਦਾ ਨਾਰਾ ਭਾਰਤੀ ਜਨਤਾ ਪਾਰਟੀ ਲਾਉਂਦੀ ਹੈ,
ਸੱਚਮੁੱਚ ਲੱਗਦਾ ਕਿ ਉਹਨੂੰ ਸਿੱਧ ਮਸੀਦੀ ਸਨ ਲੱਗ ਰਹੀ ਹੈ। ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਇਹ ਕੀ ਕਰਦੇ ਸੀ ਕਿ 5 ਸਾਲ ਆਪਣੀ ਵਾਰੀ ਦੀ ਉਡੀਕ ਕਰਦੇ ਸੀ ਕਿ 5 ਸਾਲ ਕਾਂਗਰਸੀ ਹੈ 5 ਸਾਲ ਭਾਜਪਾਈਏ, ਪਰ ਕਹਿੰਦੇ ਹੁਣ ਭਗਵਾਨ ਨੇ ਸਿਆਸੀ ਗੰਦਗੀ ਸਾਫ਼ ਕਰਨ ਵਾਸਤੇ ਝਾੜੂ ਭੇਜਿਆ, ਤੁਸੀਂ ਬੁਨਿਆਦੀ ਸਹੂਲਤਾਂ ਨੂੰ ਮੁੱਖ ਰੱਖ ਕੇ ਵੋਟ ਪਾਇਓ। ਕਹਿੰਦੇ ਜਦੋਂ ਤੋਂ ਪੰਜਾਬ ਦੇ ਨਤੀਜੇ ਆਏ ਨੇ ਨਾ, ਭਾਜਪਾ ਤੇ ਕਾਂਗਰਸ ਵਾਲੇ ਬਸ ਇੱਕੋ ਹੀ ਤਰ੍ਹਾਂ ਦੇ ਬਿਆਨ ਦੇਈ ਜਾਂਦੇ ਆ, ਇੱਕੋ ਹੀ ਤਰ੍ਹਾਂ ਦੇ ਬਿਆਨ ਦੇਈ ਜਾਂਦੇ ਆ ਕਿ ਤੀਸਰੀ ਧਿਰ ਹਿਮਾਚਲ 'ਚ ਨਹੀਂ ਆ ਸਕਦੀ। ਉਹ ਕਹਿੰਦੇ 20 ਦਿਨ ਹੋਇਆ ਪੰਜਾਬ 'ਚ ਸਰਕਾਰ ਬਣਾਈ ਨੂੰ, ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ। ਜਿਹੜਾ ਕੁਛ ਇਹ ਵਰਿਆਂ 'ਚ ਨਹੀਂ ਕਰ ਸਕੇ ਅਸੀਂ 20 ਦਿਨਾਂ 'ਚ ਲੀਹੇ ਪਾ ਲਿਆ। ਦੋਵੇਂ ਪਾਰਟੀਆਂ ਕਹਿੰਦੇ ਸਿਰਫ ਤੇ ਸਿਰਫ ਪਰਿਵਾਰਵਾਦ ਨੂੰ ਹੱਲਾਸ਼ੇਰੀ ਦਿੰਦੀਆਂ ਸੀ। ਉਹ ਕਹਿੰਦੇ ਪੰਜਾਬ ਦੇ ਵਿੱਚ ਨਤੀਜੇ ਆਉਣ ਤੋਂ ਬਾਅਦ ਹੁਣ ਇਹਨਾਂ ਕੋਲ ਬੁਖਲਾਹਟ ਹੈ, ਹੋਰ ਕੁਛ ਨਹੀਂ ਕਿ ਤੀਸਰੀ ਪਾਰਟੀ ਆ ਨਹੀਂ ਸਕਦੀ। ਉਹ ਕਹਿੰਦੇ ਉਹੀ ਆਮ ਆਦਮੀ ਬੋਲਦਾ ਹੁੰਦਾ ਹੈ ਜਿਹਨੂੰ ਕਿਸੇ ਚੀਜ਼ ਦਾ ਡਰ ਹੋਵੇ। ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਅੰਗਰੇਜ਼ਾਂ ਨੇ 200 ਸਾਲ ਸਾਨੂੰ ਗੁਲਾਮ ਬਣਾਈ ਰੱਖਿਆ ਤੇ ਭਾਜਪਾ ਤੇ ਕਾਂਗਰਸ ਵਾਲੇ ਸਾਨੂੰ 5-5 ਸਾਲ ਲਈ ਮਿਲ ਕੇ ਲੁੱਟਦੇ ਆ ਤੇ ਟੁਕੜਿਆਂ 'ਚ ਗੁਲਾਮੀ ਦਿੰਦੇ ਆ। ਵਾਰ-ਵਾਰ ਕਹਿੰਦੇ ਇਹਨਾਂ ਦੇ ਭਾਸ਼ਣ ਵੀ ਉਹੀ ਹੁੰਦੇ ਨੇ, ਇਹਨਾਂ ਦੇ ਵਾਅਦੇ ਵੀ ਉਹੀ ਹੁੰਦੇ ਨੇ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿ 5 ਸਾਲ ਬਾਅਦ ਸਾਡੀ ਵਾਰੀ ਤਾਂ ਆਏ ਜਾਣੀ ਹੈ। ਇਹਨਾਂ ਨੇ ਕਹਿੰਦੇ ਬੀਤੇ ਸਮਿਆਂ 'ਚ ਲੁੱਟਣ ਤੋਂ ਇਲਾਵਾ ਕੀਤਾ ਕੁਝ ਨਹੀਂ। ਤੇ ਆਓ ਹੁਣ ਆਪਾਂ ਆ ਝਾੜੂ ਫੜ ਕੇ ਗੰਦਗੀ ਸਾਫ਼ ਕਰੀਏ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਹਿਮਾਚਲ ਦੇ ਵਿੱਚ ਦਰਅਸਲ ਭਾਜਪਾ ਤੇ ਕਾਂਗਰਸ ਦੇ ਵਿਚਕਾਰ ਸਿੱਧਾ ਮੁਕਾਬਲਾ ਰਹਿੰਦਾ ਹੈ। ਮੁੱਖ ਮੰਤਰੀ ਜੈਰਾਮ ਠਾਕਰ ਦੀ ਅਗਵਾਈ ਦੇ ਵਿੱਚ ਉੱਥੇ ਭਾਜਪਾ ਦੀ ਸਰਕਾਰ ਹੈ। ਹਿਮਾਚਲ ਦੇ ਵਿੱਚ ਕੁੱਲ 68 ਵਿਧਾਨ ਸਭਾ ਹਲਕੇ ਹੈ, ਉਹਨਾਂ ਦੇ ਵਿੱਚੋਂ 43 ਭਾਜਪਾ ਕੋਲ ਨੇ, 22 ਕਾਂਗਰਸ ਕੋਲ ਨੇ ਅਤੇ 2 ਉੱਥੋਂ ਆਜ਼ਾਦ ਵਿਧਾਇਕ ਜਿੱਤੇ ਹੋਏ ਨੇ। ਹੁਣ ਵੇਖਦੇ ਹਾਂ ਕਿ ਜੇ ਤਾਂ ਪੰਜਾਬ ਦੇ ਵਿੱਚ ਕੋਈ ਚੰਗੇ ਸਕਾਰਾਤਮਕ ਨਤੀਜੇ ਸਾਹਮਣੇ ਆ ਗਏ ਫਿਰ ਤਾਂ ਸੱਚਮੁੱਚ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਰੋਕਣਾ ਹੋ ਜੂ ਮੁਸ਼ਕਲ। ਪਰ ਜੇਕਰ ਹਿਮਾਚਲ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਕੁਝ ਕਰਕੇ ਨਾ ਵਿਖਾ ਸਕੇ ਫਿਰ ਆਮ ਆਦਮੀ ਪਾਰਟੀ ਨੂੰ ਹਿਮਾਚਲ ਦੇ ਵਿੱਚ ਵੀ, ਹਰਿਆਣੇ 'ਚ ਤੇ ਗੁਜਰਾਤ 'ਚ ਮੁਸ਼ਕਲ ਹੋ ਜੂ। ਹੁਣ ਵੇਖਦੇ ਹਾਂ ਕੁਝ ਕਰਦੇ ਆ ਜਾਂ ਨਹੀਂ। ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਭਰਾਖਾ।